Dear student, as you know, we are discussing the chapter vector. So far we have discussed up to the vector part 4. ਜਿਹਦੇ ਵਿੱਚ ਅਸੀਂ ਜਿਹੜਾ ਡਿਸਕਸ ਕੀਤਾ ਸੀ ਕਿ how to find the resultant vector of two or more vectors. ਦੋ ਜਾਂ ਦੋ ਤੋਂ ਜ਼ਿਆਦਾ vectors ਦਾ resultant ਕਿਸ ਤਰ੍ਹਾਂ find ਕਰਨਾ ਹੈ. Now in today's lecture we are going to discuss the triangle law of vectors addition. ਵੈਕਟਰਸ ਨੂੰ ਐਡ ਕਰਨ ਦਾ ਜਿਹੜਾ ਹੈ ਇੱਕ ਸਾਡੇ ਕੋਲ ਨਿਯਮ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਟ੍ਰਾਈਐਂਗਲ ਲਾਅ ਆਫ ਵੈਕਟਰਸ ਐਡੀਸ਼ਨ. ਇਹਦੇ ਬਾਰੇ ਪਹਿਲਾਂ ਅੱਜ ਅਸੀਂ ਡਿਸਕਸ ਕਰਾਂਗੇ. ਨੈਕਸਟ ਜਿਹੜੀ ਵੀਡੀਓ ਹੋਏਗੀ ਉਹਦੇ ਵਿੱਚ ਅਸੀਂ ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਨੂੰ ਆਪਾਂ ਡਿਸਕਸ ਕਰਾਂਗੇ. ਆਓ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਾਟ ਇਜ਼ ਟ੍ਰਾਈਐਂਗਲ ਲਾਅ ਆਫ ਵੈਕਟਰ ਐਡੀਸ਼ਨ and it is the statement of this law. ਇਹ ਪੂਰੀ ਬੇਟਾ ਉਹਦੀ ਸਟੇਟਮੈਂਟ ਲਿਖੀ ਹੈ, ਤੁਸੀਂ ਇਹ ਨੋਟ ਵੀ ਕਰ ਸਕਦੇ ਹੋ. ਇਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਪਹਿਲਾਂ ਇੱਕ ਡਾਇਗਰਾਮ ਬਣਾ ਲਈਏ, ਉਹਦੇ ਤੋਂ ਅਸੀਂ ਇਹ ਸਾਰਾ ਜਿਹੜੀ ਹੈ ਸਟੇਟਮੈਂਟ ਹੈ ਚੰਗੇ ਤਰੀਕੇ ਦੇ ਨਾਲ ਇਸ ਲਾਅ ਨੂੰ ਜਿਹੜਾ ਆਪਾਂ ਸਮਝਦੇ ਹਾਂ. ਆਹ ਦੇਖੋ, ਲਾਸਟ ਲੈਕਚਰ 'ਚ ਅਸੀਂ ਡਿਸਕਸ ਕੀਤਾ ਸੀ, ਮੰਨ ਲਓ ਕਿ ਸਾਡੇ ਕੋਲ ਦੋ ਵੈਕਟਰਸ ਨੇ. ਇੱਕ ਵੈਕਟਰ ਹੈ A, ਹਾਂਜੀ ਕਲੀਅਰ. ਉਸ ਤੋਂ ਬਾਅਦ ਸਾਡੇ ਕੋਲ ਸਪੋਜ਼ ਇੱਕ ਵੈਕਟਰ ਆ ਹੈਗਾ ਜਿਸ ਦਾ ਨਾਮ ਹੈਗਾ ਸਾਡੇ ਕੋਲ B. ਇਹ ਦੋ ਵੈਕਟਰਸ ਨੇ A and B. ਇਹਨਾਂ ਦੋਨਾਂ ਵੈਕਟਰਸ ਨੂੰ ਮੈਂ ਐਡ ਕਰਨਾ ਹੈ ਅਕੋਰਡਿੰਗ ਟੂ ਟ੍ਰਾਈਐਂਗਲ ਲਾਅ ਆਫ ਵੈਕਟਰ ਐਡੀਸ਼ਨ. ਇਹਨਾਂ ਨੂੰ ਐਡ ਕਰਨਾ ਹੈ. ਐਡ ਕਰਨ ਤੋਂ ਬਾਅਦ ਇੱਕ ਸਿੰਗਲ ਵੈਕਟਰ ਮੈਂ ਜਿਹੜਾ ਹੈ ਉਹ ਤਿਆਰ ਕਰਨਾ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਰਿਜ਼ਲਟੈਂਟ ਵੈਕਟਰ. ਅਸੀਂ ਲਾਸਟ ਟਾਈਮ ਵੀ ਡਿਸਕਸ ਕੀਤਾ. ਅਸੀਂ ਕੀ ਕੀਤਾ ਸੀ ਕਿ ਜਿਹੜਾ ਵੈਕਟਰ ਜਿਹੜਾ B ਹੈ ਉਸ ਨੂੰ ਇਸ ਤਰ੍ਹਾਂ ਸ਼ਿਫਟ ਕਰਨਾ ਹੈ, ਕਿਉਂਕਿ ਵੈਕਟਰ ਨੂੰ ਅਸੀਂ ਸ਼ਿਫਟ ਕਰ ਸਕਦੇ ਹਾਂ ਪੈਰਲਲ ਟੂ ਇਟਸੈਲਫ. ਉਹਦੇ ਪੈਰਲਲ ਇਹਨੂੰ ਸ਼ਿਫਟ ਕਰਨਾ ਹੈ, ਇਹਨੂੰ ਰੋਟੇਟ ਨਹੀਂ ਕਰਨਾ. ਮੈਂ ਪਿੱਛੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ. ਹਾਂਜੀ, ਇਸ ਵੈਕਟਰ ਨੂੰ ਇਸ ਤਰ੍ਹਾਂ ਸ਼ਿਫਟ ਕਰਨਾ ਹੈ ਇਹਦੇ ਬਿਲਕੁਲ ਪੈਰਲਲ ਕਿ ਇਹਦੀ ਟੇਲ ਇਸ ਵੈਕਟਰ ਦੇ ਟਿਪ ਦੇ ਉੱਪਰ ਆ ਕੇ ਕੋਇਨਸਾਈਡ ਕਰ ਜੇ. ਇਸ ਨੂੰ ਇਸ ਤਰ੍ਹਾਂ ਸ਼ਿਫਟ ਕਰੋ ਪੈਰਲਲ ਲਿਆ ਕੇ, ਇਹਦੀ ਜਿਹੜੀ ਟੇਲ ਹੈ ਇਹਦੇ ਉੱਪਰ ਆਣੀ ਚਾਹੀਦੀ ਆ, ਪਰ ਇਹਦੀ ਡਾਇਰੈਕਸ਼ਨ ਜਿਹੜੀ ਹੈ, ਇਹਦਾ ਮੈਗਨੀਟਿਊਡ ਜਿਹੜਾ ਹੈ ਉਹ ਚੇਂਜ ਨਹੀਂ ਹੋਣਾ ਚਾਹੀਦਾ. ਆਹ ਡਾਇਗਰਾਮ ਤੋਂ ਆਹ ਡਾਇਗਰਾਮ ਤਿਆਰ ਹੋ ਗਈ. ਨਾਓ ਇਸ ਵੈਕਟਰ ਨੂੰ ਅਸੀਂ ਜੇਕਰ ਰਿਪਰੈਜ਼ੈਂਟ ਕਰਦੇ ਹਾਂ, ਸਪੋਜ਼ ਇਟ ਇਜ਼ P, ਇਟ ਇਜ਼ Q ਐਂਡ ਇਟ ਇਜ਼ S. ਮੰਨ ਲਓ ਵੀ ਇਸ ਵੈਕਟਰਸ ਨੂੰ ਆਪਾਂ ਰਿਪਰੈਜ਼ੈਂਟ ਕੀਤਾ. A ਵੈਕਟਰ ਨੂੰ ਅਸੀਂ PQ ਨਾਲ ਰਿਪਰੈਜ਼ੈਂਟ ਕਰਤਾ, B ਵੈਕਟਰ ਨੂੰ ਅਸੀਂ ਜਿਹੜਾ ਹੈ QS ਦੇ ਨਾਲ ਰਿਪਰੈਜ਼ੈਂਟ ਕਰਤਾ. ਇਹਨਾਂ ਦੋਨਾਂ ਵੈਕਟਰਸ ਨੇ ਸਾਨੂੰ ਕਿੱਥੇ ਪਹੁੰਚਾਇਆ? ਦੇਖੋ, ਪਹਿਲਾਂ ਅਸੀਂ ਕਿੱਥੇ ਸੀ? A ਤੇ, ਆ P ਪੁਆਇੰਟ ਦੀ ਟੇਲ ਤੇ, P ਤੇ, ਇੱਥੋਂ ਅਸੀਂ ਗਏ Q ਤੇ, ਉਸ ਤੋਂ ਬਾਅਦ Q ਤੋਂ ਦੇਖੋ ਫਿਰ ਟੇਲ ਆ ਗਈ, ਇੱਥੋਂ ਚਾਲੂ ਹੋਏ, ਇਸ ਤੋਂ ਬਾਅਦ ਅਸੀਂ ਚਲੇ ਗਏ S ਤੇ. ਇਹਨਾਂ ਦੋਨਾਂ ਵੈਕਟਰਾਂ ਨੇ A ਤੇ B ਨੇ ਮੈਨੂੰ ਜਿਹੜਾ ਹੈ P ਤੋਂ ਕਿੱਥੇ ਪਹੁੰਚਾ ਦਿੱਤਾ ਹੈਗਾ, S ਤੇ ਪਹੁੰਚਾ ਦਿੱਤਾ ਹੈ. ਐਂਡ I can go directly. ਇਹ ਪਿੱਛੇ ਵੀ ਅਸੀਂ ਰਿਜ਼ਲਟੈਂਟ ਫਾਈਂਡ ਕਰਨ ਦਾ ਤਰੀਕਾ ਦੱਸਿਆ ਹੋਇਆ. I can go directly from, ਹਾਂਜੀ ਸਿੱਧਾ ਹੀ P ਤੋਂ S ਵੀ ਜਾ ਸਕਦੇ ਆ. ਦੇਖੋ ਸਿੱਧਾ ਹੀ ਮੈਂ P ਤੋਂ S ਚਲਾ ਗਿਆ ਤੇ ਆ ਜਿਹੜਾ ਵੈਕਟਰ ਹੈ R, ਇਟ ਇਜ਼ ਆ ਰਿਜ਼ਲਟੈਂਟ ਵੈਕਟਰ. R ਵੈਕਟਰ ਕੀ ਦੇ ਕੋਲ ਹੋ ਗਿਆ? A ਵੈਕਟਰ ਪਲੱਸ B. ਨਾਓ ਵਾਟ ਇਜ਼ ਟ੍ਰਾਈਐਂਗਲ ਲਾਅ? ਆ ਦੇਖੋ ਧਿਆਨ ਨਾਲ. ਇਟ ਸਟੇਟਸ that if two vectors acting on a particle at the same time be represented in magnitude and direction by the two sides taken in one order. ਇੱਥੋਂ ਤੱਕ ਦੇਖੋ, ਮੰਨ ਲਓ ਕਿ ਸਾਡੇ ਕੋਲ ਦੋ ਵੈਕਟਰਸ ਨੇ, ਦੋ ਵੈਕਟਰਸ ਜਿਹੜੇ ਕਿਸੇ ਪਾਰਟੀਕਲ ਦੇ ਉੱਪਰ ਫੋਰਸ ਲੱਗ ਰਹੀ ਹੈ, ਦੋ ਵੈਕਟਰਸ ਨੇ, ਹਾਂਜੀ ਇੱਕੋ ਪਾਰਟੀਕਲ ਦੇ ਉੱਪਰ ਜਿਹੜੇ ਨੇ ਦੋ ਜਿਹੜੇ ਕੋਈ ਵੈਕਟਰ ਐਕਟ ਕਰ ਰਹੇ ਨੇ, ਉਹਨਾਂ ਨੂੰ ਅਸੀਂ ਟ੍ਰਾਈਐਂਗਲ ਦੀਆਂ ਦੋ ਸਾਈਡ ਨਾਲ ਸ਼ੋ ਕਰਤਾ. ਆਹ ਦੇਖੋ, ਇੱਕ ਟ੍ਰਾਈਐਂਗਲ ਦੀ ਆਹ ਸਾਈਡ, ਇੱਕ ਟ੍ਰਾਈਐਂਗਲ ਦੀ ਆਹ ਸਾਈਡ. ਇਫ ਟੂ ਵੈਕਟਰਸ ਆਰ ਰਿਪਰੈਜ਼ੈਂਟਡ ਬਾਈ the two sides of the triangle, ਆਹ ਦੋ ਵੈਕਟਰਸ ਨੂੰ ਮੈਂ ਟ੍ਰਾਈਐਂਗਲ ਦੀਆਂ ਦੋ ਸਾਈਡਸ ਨਾਲ ਬੇਟਾ ਮੈਂ ਸ਼ੋ ਕਰ ਦਿੱਤਾ.
देखो ਇਹਦਾ मैग्नीट्यूड भी है ਤੇ ਇਹਦੀ डायरेक्शन भी है। आ देखो ਇਹਦਾ मैग्नीट्यूड भी है नाल डायरेक्शन भी है। देखो मैग्नीट्यूड ਤੇ ਨਾਲ ਉਹਦੀ ਕੀ है डायरेक्शन। If the two vectors acting on a particle at the same time be represented in magnitude and direction by two sides of triangle taken in one order। हाँ जी, ਇਹਦਾ ਮਤਲਬ ਬੜੇ ਧਿਆਨ ਨਾਲ ਸਮਝੋ, taken in one order what it mean। one order ਦਾ ਮਤਲਬ ਕੀ ਹੈ? ਦੇਖੋ ਪਹਿਲਾਂ ਅਸੀਂ P ਤੋਂ Q ਗਏ, ਜਦੋਂ Q ਤੇ ਗਏ ਤੇ ਜਿਹੜਾ ਅਗਲਾ ਵੈਕਟਰ ਹੈ ਉਹਦੀ ਟੇਲ ਜਿਹੜੀ ਹੈ ਉਹ ਸਾਡੇ Q ਤੇ ਹੋਣੀ ਚਾਹੀਦੀ ਹੈ ਲਾਈਨ ਸਿਰ। ਪਹਿਲਾਂ P to Q, ਅੱਗੇ ਅਸੀਂ ਸਟਾਰਟ ਹੋਣਾ ਹੈ Q ਤੋਂ ਅੱਗੇ ਜਿੱਧਰ ਮਰਜੀ ਜਾਓ, ਕਿਉਂਕਿ P ਤੋਂ Q ਚਲੇ ਗਏ ਆ, ਉਸ ਤੋਂ ਬਾਅਦ Q ਤੋਂ ਅੱਗੇ ਜਾਣਾ ਹੈ। ਅਗਲੇ ਵੈਕਟਰ ਦੀ ਟੇਲ ਜਿਹੜੀ ਹੈ ਉਹ ਸਾਡੇ Q ਤੇ ਹੋਣੀ ਚਾਹੀਦੀ ਹੈ। ਇਹਦਾ ਮਤਲਬ P to Q, ਅੱਗੇ Q to S। ਦਿਸ ਇਜ਼ ਦਾ one order। ਇਹਨੂੰ ਅਸੀਂ ਸੇਮ ਆਰਡਰ ਵੀ ਕਹਿ ਸਕਦੇ ਹਾਂ। ਇਟ ਇਜ਼ in the same order। कौन कौन? A ਤੇ B are in the one order or same order। आओ ਇਸ ਨੂੰ ਜਿਹੜਾ ਹੈ ਜੇ ਅਸੀਂ ਇੱਕ ਡਾਇਗਰਾਮ ਹੋਰ ਬਣਾਈਏ ਨਾਲ, ਆ ਦੇਖੋ ਮੰਨ ਲਓ ਵੀ ਇੱਕ ਆ ਵੈਕਟਰ ਹੈ, ਕੋਈ ਵੈਕਟਰ ਹੈ ਸਪੋਜ਼ ਇਟ ਇਜ਼ P, ਇਸ ਤੋਂ ਬਾਅਦ ਅੱਗੇ ਵੈਕਟਰ ਆ ਗਿਆ Q, ਅੱਗੇ ਆ ਗਿਆ ਸਾਡੇ ਕੋਲ ਵੈਕਟਰ ਆ ਗਿਆ S, ਅੱਗੇ ਵੈਕਟਰ ਸਾਡੇ ਕੋਲ ਜਿਹੜਾ ਹੈ ਸਪੋਜ਼ ਇਟ ਇਜ਼ B। ਹੁਣ ਮੈਨੂੰ ਆ ਦੱਸੋ ਕਿ ਆ ਸੇਮ ਆਰਡਰ ਚ ਹੈਗੇ ਨੇ, ਵਨ ਆਰਡਰ ਚ ਨੇ? ਧਿਆਨ ਦਿਓ, ਪਹਿਲਾਂ ਇੱਥੋਂ ਸਟਾਰਟ ਹੋਏ ਆ ਟੇਲ ਤੋਂ, ਇੱਥੋਂ ਪਹੁੰਚੇ ਇਸ ਜਗ੍ਹਾ ਤੇ ਦੇਖੋ, ਉਸ ਤੋਂ ਬਾਅਦ ਅਗਲੇ ਦੀ ਟੇਲ ਆ ਰਹੀ ਹੈ, ਇੱਥੇ ਪਹੁੰਚੇ, ਫਿਰ ਅੱਗੇ ਗਏ, ਫਿਰ ਟੇਲ ਤੋਂ ਅੱਗੇ। ਦੇਖੋ ਮੰਨ ਲਓ ਜਿੱਥੇ ਇੱਕ ਵੈਕਟਰ ਖਤਮ ਹੁੰਦਾ ਹੈ ਤੇ ਦੂਸਰਾ ਵੈਕਟਰ ਦੀ ਉੱਥੇ ਟੇਲ ਹੋਣੀ ਚਾਹੀਦੀ ਹੈ। ਆਹ ਵੈਕਟਰ ਇੱਥੇ ਖਤਮ ਹੁੰਦਾ ਹੈ, ਉਸ ਤੋਂ ਬਾਅਦ ਤੀਸਰੇ ਵੈਕਟਰ ਦੀ ਇੱਥੇ ਟੇਲ ਹੈ। these four are in the same order। ਇਸ ਨੂੰ ਅਸੀਂ ਬੋਲਦੇ ਹਾਂ ਸੇਮ ਆਰਡਰ ਚ ਬੋਲਦੇ ਹਾਂ। ਹਾਂਜੀ ਕਲੀਅਰ। ਤੇ ਜਿਹੜੀ ਤੀਜੀ ਸਾਈਡ ਹੋਏਗੀ, ਤੀਸਰੀ ਸਾਈਡ ਜਿਹੜੀ ਹੈ ਸਾਨੂੰ ਉਹਦਾ ਰਿਜ਼ਲਟੈਂਟ ਸ਼ੋ ਕਰੇਗੀ। ਪਰ ਧਿਆਨ ਨਾਲ ਦੇਖੋ ਕੀ ਰਿਜ਼ਲਟੈਂਟ ਸੇਮ ਆਰਡਰ ਚ ਹੈ। ਆ ਦੇਖੋ ਆ ਰਿਜ਼ਲਟੈਂਟ ਹੈ, ਦਿਸ ਇਜ਼ ਦਾ ਰਿਜ਼ਲਟੈਂਟ। ਪਹਿਲਾਂ P to Q, ਅੱਗੇ ਦੇਖੋ ਟੇਲ ਆ ਗਈ, ਟੇਲ ਤੋਂ ਇੱਥੇ ਪਹੁੰਚੇ। ਪਰ ਸੇਮ ਆਰਡਰ ਤਾਂ ਹੁੰਦਾ ਜੇ ਇੱਥੇ ਇਸ ਵੈਕਟਰ ਦੀ ਕੀ ਹੁੰਦੀ, ਇੱਥੇ ਵੈਕਟਰ ਦੀ ਹੋਣੀ ਚਾਹੀਦੀ ਸੀ ਬੇਟਾ ਟੇਲ, ਕਿਉਂਕਿ ਸੇਮ ਰਿਜ਼ਲਟੈਂਟ ਤਾਂ ਹੁੰਦਾ, ਇੱਥੇ ਟੇਲ ਚਾਹੀਦੀ ਸੀ ਲਾਈਕ, ਠੀਕ ਹੈ। ਪਰ ਇੱਥੇ ਦੇਖੋ ਉਲਟ ਆ ਗਿਆ, ਇੱਥੇ ਟਿਪ ਦੇ ਨਾਲ ਟਿਪ ਮਿਲ ਗਈ। ਇਹਦਾ ਮਤਲਬ ਜਿਹੜਾ ਰਿਜ਼ਲਟੈਂਟ ਹੈ ਉਹ ਸੇਮ ਆਰਡਰ ਚ ਨਹੀਂ ਹੋਏਗਾ, ਇਟ ਵਿਲ ਬੀ ਇਨ ਦਾ ਆਪੋਜਿਟ ਆਰਡਰ। ਰਿਜ਼ਲਟੈਂਟ ਜਿਹੜਾ ਹੋਏਗਾ ਸਾਡਾ ਆਪੋਜਿਟ ਆਰਡਰ ਚ ਹੋਏਗਾ। ਆ ਦੋ ਲਾਈਨਸ ਜਿਹੜੀਆਂ ਨੇ, ਇਹ ਦੋ ਵਰਡਸ ਲਿਖਣੇ ਬਹੁਤ ਹੀ ਜ਼ਰੂਰੀ ਨੇ, ਅਦਰਵਾਈਜ਼ ਤੁਹਾਨੂੰ ਜਿਹੜਾ ਹੈ ਇਹ ਟੌਪਿਕ ਜਿਹੜਾ ਹੈ ਉਹ ਕਲੀਅਰ ਨਹੀਂ ਹੋਏਗਾ। ਹਾਂਜੀ ਕਲੀਅਰ। ਹਾਂਜੀ ਬੇਟਾ ਕਲੀਅਰ ਹੋ ਗਿਆ। ਫਿਰ ਸੁਣ ਲਓ, ਇਸ ਤੱਕ ਪੜਿਆ ਸੀ। ਦੈਨ ਰਿਜ਼ਲਟੈਂਟ ਵੈਕਟਰ is represented in magnitude and direction। ਆ ਦੇਖੋ ਮੈਗਨੀਟਿਊਡ ਇਹ ਲਾਈਨ ਹੋ ਗਈ ਤੇ ਨਾਲ ਡਾਇਰੈਕਸ਼ਨ by the third side of triangle taken in opposite order। ਇਹ ਸਾਡਾ ਜਿਹੜਾ ਹੈ opposite order ਵਿੱਚ ਚਲਾ ਗਿਆ। ਹਾਂਜੀ ਕਲੀਅਰ। ਇਹਦਾ ਮਤਲਬ ਦੋ ਵੈਕਟਰਸ ਨੂੰ ਐਡ ਕਰਨਾ ਹੋਏ ਤਾਂ ਸਾਨੂੰ ਜਿਹੜਾ ਹੈ ਟ੍ਰਾਇੰਗਲ ਲਾਅ ਦੀ ਜਿਹੜੀ ਹੈਲਪ ਲੈਣੀ ਪਏਗੀ। ਤੇ ਜਿਹੜੇ ਦੋ ਵੈਕਟਰਸ ਨੂੰ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਟ੍ਰਾਇੰਗਲ ਦੀਆਂ ਦੋ ਸਾਈਡਸ ਦੇ ਨਾਲ ਤੁਸੀਂ ਸ਼ੋ ਕਰ ਦੇਣਾ ਹੈ, ਠੀਕ ਹੈ, ਟੇਕਨ ਇਨ ਵਨ ਆਰਡਰ। ਤੇ ਜਿਹੜਾ ਸਾਡਾ ਰਿਜ਼ਲਟੈਂਟ ਹੋਏਗਾ ਉਸ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਟ੍ਰਾਇੰਗਲ ਦੀ ਤੀਸਰੀ ਸਾਈਡ ਦੇ ਨਾਲ, ਟੇਕਨ ਇਨ ਆਪੋਜਿਟ ਆਰਡਰ। ਹਾਂਜੀ ਕਲੀਅਰ। ਆਓ ਹੁਣ ਅਸੀਂ ਕੁਝ ਐਗਜ਼ਾਮਪਲਸ ਦੇ ਨਾਲ ਟ੍ਰਾਇੰਗਲ ਲਾਅ ਦੇ ਵਿੱਚ ਰਿਜ਼ਲਟੈਂਟ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਹ ਦੇਖੋ ਬੇਟਾ, ਸਪੋਜ਼ ਮੈਂ ਕੋਈ ਆ 3 ਵੈਕਟਰਸ ਜਿਹੜੇ ਨੇ ਉਹ ਬਣਾਏ ਨੇ। these are the 3 ਵੈਕਟਰਸ। ਇਹਦੇ ਵਿੱਚੋਂ ਮੈਂ 1 ਲਿਖ ਦਿੱਤਾ ਇੱਥੇ 1, ਇਹ 2 ਵੈਕਟਰ ਹੈ, ਇਹ 3 ਵੈਕਟਰ ਹੈ। ਇਹਦੇ ਵਿੱਚੋਂ ਦੱਸੋ which one is the resultant vector। ਇਹਨਾਂ ਵਿੱਚੋਂ ਰਿਜ਼ਲਟੈਂਟ ਵੈਕਟਰ ਸਾਡਾ ਕਿਹੜਾ ਹੋਏਗਾ। ਫਿਰ ਦੇਖੋ ਪਹਿਲਾਂ ਸਭ ਨਾਲੋਂ ਪਹਿਲਾਂ ਤੁਸੀਂ ਇਹ ਕੋਰਨਰ ਤੇ ਦੇਖਣਾ ਹੈ। ਆਹ ਦੇਖੋ ਆ ਸਾਰੇ ਕੋਰਨਰ। ਮੈਂ ਇੱਕ ਸ਼ਾਰਟਕਟ ਤਰੀਕਾ ਵੀ ਦੱਸਣ ਲੱਗਾ ਨਾਲ ਹੀ। ਤੁਸੀਂ ਪਹਿਲਾਂ ਕੋਰਨਰ ਤੇ ਦੇਖਣਾ ਹੈ।
जिस कॉर्नर ਦੇ ਉੱਤੇ ਦੋ ਟੇਲਸ ਇਕੱਠੀਆਂ ਆਣਗੀਆਂ, ਜਿਸ ਕਾਰਨਰ ਦੇ ਉੱਤੇ ਦੋ ਟੇਲਸ ਆ ਜਾਣਗੀਆਂ, ਤੁਸੀਂ ਉੱਥੋਂ ਸਟਾਰਟ ਕਰਨਾ ਹੈ। ਜਿਵੇਂ ਇੱਥੇ ਦੋ ਟੇਲਸ ਨੇ, ਹਾਂਜੀ ਕਲੀਅਰ। ਆ ਦੇਖੋ ਇੱਥੋਂ ਗਏ ਆਪਾਂ ਇਸ ਸਾਈਡ ਤੇ, ਕਲੀਅਰ। ਉਸ ਤੋਂ ਬਾਅਦ ਅੱਗੇ ਟੇਲ ਆ ਗਈ, ਅਸੀਂ ਇੱਥੇ ਪਹੁੰਚ ਗਏ। ਇਹਦਾ ਮਤਲਬ 1 ਤੇ 2 ਨੇ ਸਾਨੂੰ ਕੰਬਾਈਨਡ ਕਿੱਥੇ ਪਹੁੰਚਾਇਆ, ਹਾਂਜੀ ਆਹ ਵਾਲੇ ਪੁਆਇੰਟ ਤੇ ਪਹੁੰਚਾ, ਕਲੀਅਰ। ਤੇ ਇਹ ਕੱਲਾ ਵੈਕਟਰ ਜਿਹੜਾ ਹੈ 3 ਮੈਨੂੰ ਡਾਇਰੈਕਟ ਉਸੇ ਪੁਆਇੰਟ ਤੇ ਪਹੁੰਚਾ ਰਿਹਾ। ਦੇਖੋ ਐਰੋ ਦੇਖਿਆ ਕਰੋ, ਇਹਦਾ ਮਤਲਬ 3 ਵਿਲ ਬੀ ਦਾ ਰਿਜ਼ਲਟੈਂਟ। ਜਿਹੜਾ 3 ਵੈਕਟਰ ਹੈ, ਜਿਹੜਾ 3 ਨੰਬਰ ਵੈਕਟਰ, ਇਹ ਸਾਡਾ ਕੀ ਹੋਏਗਾ, ਰਿਜ਼ਲਟੈਂਟ ਹੋਏਗਾ। ਸੇਮ ਆਰਡਰ ਚ ਕੌਣ ਹੈ, 1 ਤੇ 2। ਪਹਿਚਾਨ ਸੇਮ ਆਰਡਰ ਦੀ, ਜਿੱਥੇ ਪਹਿਲੇ ਵੈਕਟਰ ਦੀ ਐਰੋ ਖਤਮ ਹੋਏਗੀ, ਟਿਪ ਹੋਏਗੀ, ਉੱਥੇ ਦੂਜੇ ਵੈਕਟਰ ਦੀ ਟੇਲ ਸਟਾਰਟ ਹੋਣੀ ਚਾਹੀਦੀ। ਹਾਂਜੀ ਕਲੀਅਰ ਹੋ ਗਿਆ। ਇੱਕ ਹੋਰ ਦੇਖੋ ਮੈਥਡ, ਆ ਤੁਸੀਂ ਸਾਈਡ ਲੱਭ ਲਓ ਜਿੱਥੇ ਦੋ ਹੈਡ, ਆ ਦੇਖੋ ਧਿਆਨ ਨਾਲ, 2 ਹੈਡ ਤੁਹਾਡੇ ਨਜ਼ਰ ਆ ਰਹੇ ਨੇ, ਆ ਦੋ ਹੈਡ, ਤੇ ਆ ਦੇਖੋ ਸਾਡੇ ਕੋਲ 2 ਜਿਹੜੀਆਂ ਨੇ ਟੇਲ ਨਜ਼ਰ ਆ ਰਹੀਆਂ ਨੇ। ਜਿਹੜੀ ਸਾਈਡ ਦੇ ਉੱਤੇ ਦੋ ਟੇਲ ਤੇ ਦੋ ਹੈਡ ਆ ਗਏ, ਉਹ ਸਾਡਾ ਬੇਟਾ ਰਿਜ਼ਲਟੈਂਟ ਹੋਏਗਾ। ਦੋ ਟੇਲ ਤੇ ਦੋ ਹੈਡ ਜਿਹੜੀ ਸਾਈਡ ਨਾਲ ਸ਼ੋ ਹੋ ਰਹੇ ਨੇ, ਉਹ ਸਾਡਾ ਰਿਜ਼ਲਟੈਂਟ ਹੋਏਗਾ। ਇਹਨੂੰ ਦੇਖੋ ਧਿਆਨ ਨਾਲ, ਦੋ ਟੇਲ ਆ ਰਹੀਆਂ ਪਰ ਟੇਲ ਹੈਡ ਹੈ, ਇਹ ਰਿਜ਼ਲਟੈਂਟ ਨਹੀਂ ਹੈ। ਇਹਨੂੰ ਵੀ ਦੇਖੋ, ਦੋ ਹੈਡ ਨੇ, ਟੇਲ ਹੈਡ ਹੈ, ਆ ਵੀ ਰਿਜ਼ਲਟੈਂਟ ਨਹੀਂ ਹੈ। ਇਸ ਸਾਈਡ ਨੂੰ ਦੇਖੋ, ਇਸ ਸਾਈਡ ਨੂੰ ਦੋ ਟੇਲ ਤੇ ਦੋ ਹੈਡ ਨੇ, ਇਸ ਕਰਕੇ ਆ ਸਾਡਾ ਕੀ ਹੋਏਗਾ, ਰਿਜ਼ਲਟੈਂਟ। ਐਂਡ ਦਿਸ ਇਜ਼ ਦਾ ਸ਼ਾਰਟਕਟ ਵੇ ਟੂ ਫਾਈਂਡ ਜਿਹੜਾ ਹੈ ਅਸੀਂ ਰਿਜ਼ਲਟੈਂਟ ਵੈਕਟਰ ਜਿਹੜਾ ਹੈ ਸਿੱਧਾ ਹੀ ਅਸੀਂ ਫਾਈਂਡ ਕਰ ਸਕਦੇ ਹਾਂ। ਨਾਓ ਪਲੀਜ਼ ਫਾਈਂਡ in this diagram which one is the resultant. This is 3 vector, this is 2 vector and this is vector number 1. ਇਹਨਾਂ ਦੇ ਵਿੱਚੋਂ ਕਿਹੜਾ ਵੈਕਟਰ ਹੈ ਜਿਹੜਾ ਸਾਨੂੰ ਰਿਜ਼ਲਟੈਂਟ ਸ਼ੋ ਕਰ ਰਿਹਾ ਹੈ। ਮੈਂ ਤੁਹਾਨੂੰ ਕੀ ਤਰੀਕਾ ਦੱਸਿਆ ਸੀ, ਇੱਕ ਪਹਿਲਾਂ ਲੱਭੋ ਦੋ ਟੇਲ ਕਿੱਥੇ ਆ ਸਾਡੀਆਂ ਦੋ ਟੇਲਸ, ਆ ਸਾਡੇ ਕੋਲ ਕੀ ਹੈਗਾ, ਦੋ ਹੈਡਸ ਨੇ। ਇਹਦਾ ਮਤਲਬ ਕਿਹੜਾ ਰਿਜ਼ਲਟੈਂਟ ਹੋਏਗਾ, 3 ਨੰਬਰ ਵੀਲ ਦਾ ਰਿਜ਼ਲਟੈਂਟ। ਇਹਨੇ ਸਿੱਧਾ ਵਜਾਇਆ ਇੱਥੇ, ਤੇ ਆਹ ਦੇਖੋ ਪਹਿਲਾਂ ਇੱਧਰ ਗਏ, ਇਸ ਤੋਂ ਬਾਅਦ ਅਸੀਂ ਇੱਧਰ ਗਏ, ਆਹ ਸਾਡੇ ਦੋ ਵੈਕਟਰ ਐਡ ਹੋਣਗੇ ਤੇ ਇਹ ਸਾਡਾ ਕੀ ਆਏਗਾ, ਰਿਜ਼ਲਟੈਂਟ। ਦਿਸ ਇਜ਼ ਦਾ ਟ੍ਰਾਇੰਗਲ ਲਾ ਆਫ ਵੈਕਟਰ ਐਡੀਸ਼ਨ। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਜਿਸ ਮਰਜ਼ੀ ਡਾਇਗਰਾਮ ਦੇ ਵਿੱਚ ਰਿਜ਼ਲਟੈਂਟ ਜਿਹੜਾ ਹੈ ਉਹ ਵੈਕਟਰ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਨੈਕਸਟ ਜਿਹੜਾ ਸਾਡਾ ਪਾਰਟ ਹੈ, ਦੇਖੋ analytical method of finding the magnitude and direction of resultant of vector. Analytical method of find direction and magnitude of two vectors. Clear? ਇੱਥੇ ਆਏਗਾ ਸਾਡੇ ਕੋਲ resultant of two vector. ਜਿਹੜਾ ਦੇਖੋ ਇੱਕ ਵੈਕਟਰ ਸਾਡੇ ਕੋਲ A, ਦੂਸਰਾ ਵੈਕਟਰ ਸਾਡੇ ਕੋਲ ਜਿਹੜਾ ਹੈ ਉਹ B, ਇਹਨਾਂ ਦੋਨਾਂ ਨੂੰ ਮੈਂ ਕੰਬਾਈਨਡ ਕੀਤਾ ਤੇ ਇਹਨਾਂ ਦੋਨਾਂ ਦਾ ਦੇਖੋ ਰਿਜ਼ਲਟੈਂਟ ਆ ਗਿਆ ਸਾਡੇ ਕੋਲ R ਅਕੋਰਡਿੰਗ ਟੂ ਟ੍ਰਾਇੰਗਲ ਲਾ ਆਫ ਵੈਕਟਰ ਐਡੀਸ਼ਨ। ਵੈਕਟਰ ਐਡੀਸ਼ਨ ਦੇ ਅਕੋਰਡਿੰਗ ਐਸ ਦੋ ਵੈਕਟਰ ਐਡ ਹੋ ਗਏ A ਤੇ ਵੈਕਟਰ ਦੂਸਰਾ ਸਾਡੇ ਕੋਲ ਆ ਗਿਆ B। ਆ ਦੇਖੋ ਇਹਦੀ ਇੱਥੇ ਐਰੋ ਹੈਗੀ ਆ, ਇਹਨਾਂ ਦੋਨਾਂ ਨੂੰ ਐਡ ਕੀਤਾ ਤੇ ਸਾਡੇ ਕੋਲ ਜਿਹੜਾ ਹੈ ਨੈਕਸਟ ਜਿਹੜਾ ਰਿਜ਼ਲਟੈਂਟ ਜਿਹੜਾ ਸਾਡੇ ਕੋਲ ਆਇਆ ਉਹ R ਹੋ ਗਿਆ। ਜਿਹੜਾ R ਵੈਕਟਰ ਸਾਡੇ ਕੋਲ ਆਇਆ ਹੈ, ਇਹਦਾ ਹੁਣ ਅਸੀਂ ਫਾਈਂਡ ਕਰਨਾ ਹੈ ਮੈਗਨੀਟਿਊਡ। ਵੀ ਆਰ ਗੋਇੰਗ ਟੂ ਫਾਈਂਡ ਆਊਟ ਦਾ ਮੈਗਨੀਟਿਊਡ ਆਫ ਰਿਜ਼ਲਟੈਂਟ, ਕਿਉਂਕਿ ਇਟ ਇਜ਼ ਅ ਵੈਕਟਰ। ਵੈਕਟਰ ਦੇ ਦੋ ਪਾਰਟਸ ਨੇ, ਇੱਕ ਇਹਦਾ ਮੈਗਨੀਟਿਊਡ ਹੋਏਗਾ ਤੇ ਨਾਲ ਜਿਹੜਾ ਹੈ ਇਸ ਵੈਕਟਰ ਦੀ ਆਪਣੀ ਡਾਇਰੈਕਸ਼ਨ ਹੋਏਗੀ। ਪਹਿਲਾਂ ਅਸੀਂ ਇਹਦਾ ਮੈਗਨੀਟਿਊਡ ਫਾਈਂਡ ਕਰਾਂਗੇ, ਬਾਅਦ ਵਿੱਚੋਂ ਇਸ ਰਿਜ਼ਲਟੈਂਟ ਵੈਕਟਰ ਦਾ ਅਸੀਂ ਉਹਦੀ ਜਿਹੜੀ ਹੈ ਡਾਇਰੈਕਸ਼ਨ ਵੀ ਜਿਹੜੀ ਹੈ ਫਾਈਂਡ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਫਾਈਂਡ ਕਰਨ ਲੱਗੇ ਹਾਂ ਮੈਗਨੀਟਿਊਡ ਆਫ ਰਿਜ਼ਲਟੈਂਟ ਆਫ ਟੂ ਵੈਕਟਰ। ਫਸਟ ਆਫ ਆਲ ਅਸੀਂ ਇੱਥੇ ਹੈਡਿੰਗ ਪਾ ਲੈਂਦੇ ਹਾਂ ਮੈਗਨੀਟਿਊਡ ਆਫ ਰਿਜ਼ਲਟੈਂਟ। ਨਾਓ the heading will be magnitude of ਹਾਂਜੀ ਰਿਜ਼ਲਟੈਂਟ। ਜਿਹੜਾ ਰਿਜ਼ਲਟੈਂਟ ਹੈ ਇਹਦਾ ਅਸੀਂ ਹੁਣ ਮੈਗਨੀਟਿਊਡ ਬੇਟਾ ਫਾਈਂਡ ਆਊਟ ਕਰਨ ਜਾ ਰਹੇ ਹਾਂ। ਹਾਊ ਟੂ ਫਾਈਂਡ ਮੈਗਨੀਟਿਊਡ, ਆ ਦੇਖੋ
OPQ, दिस इज ए ट्राइएंगल। ते ਇਹਦੇ ਵਿੱਚ ਦੋ ਵੈਕਟਰਸ ਕਿਹੜੇ ਕਿਹੜੇ ਨੇ? ਇੱਕ ਵੈਕਟਰ A, ਦੂਸਰਾ ਵੈਕਟਰ ਕਿਹੜਾ ਹੈ B, ਜਿਨ੍ਹਾਂ ਨੂੰ ਮੈਂ ਸੇਮ ਆਰਡਰ ਦੇ ਵਿੱਚ ਲਿਖ ਦਿੱਤਾ ਤੇ ਇਹ ਸਾਡੇ ਕੋਲ ਕੀ ਆ ਗਿਆ? ਰਿਜ਼ਲਟੈਂਟ ਮੈਂ ਹੁਣੇ ਸਮਝਾਇਆ ਸੀ। ਕਲੀਅਰ? ਹੇਅਰ what is OP ਵੈਕਟਰ ਮੈਗਨੀਟਿਊਡ? कौन दसेगा भी OP वैक्टर ਜਿਹੜਾ ਹੈ ਇਹਦਾ ਮੈਗਨੀਟਿਊਡ ਕਿੰਨਾ ਆਏਗਾ? ਅਸੀਂ OP ਵੈਕਟਰ ਦੀ ਜਗ੍ਹਾ ਤੇ ਕੀ ਲਿਖ ਦਾਂਗੇ? ਸਾਡੇ ਕੋਲ ਆ ਜਾਏਗਾ A ਵੈਕਟਰ ਦਾ ਮੈਗਨੀਟਿਊਡ ਐਂਡ ਇਟ ਇਜ਼ ਇਕੁਅਲ ਟੂ A। ਸਿਮਿਲਰਲੀ ਆ ਦੂਸਰਾ ਵੈਕਟਰ ਦੱਸੋ ਸਾਡੇ ਕੋਲ ਕਿਹੜਾ ਹੈ? ਦੇਖੋ PQ ਵੈਕਟਰ, ਦੂਸਰਾ ਵੈਕਟਰ ਹੈ PQ। ਇਹਦਾ ਜਿਹੜਾ ਮੈਗਨੀਟਿਊਡ ਸਾਡੇ ਕੋਲ ਕਿੰਨਾ ਆਏਗਾ? PQ ਵੈਕਟਰ ਹੈ ਕਿਹੜਾ? ਦੇਖੋ B, ਸਾਡੇ ਕੋਲ ਆ ਜਾਏਗਾ ਇੱਥੇ B ਵੈਕਟਰ, ਇਹਦਾ ਮੈਗਨੀਟਿਊਡ ਐਂਡ ਇਟ ਇਜ਼ ਇਕੁਅਲ ਟੂ B। ਸਿਮਿਲਰਲੀ ਸਾਡੇ ਕੋਲ OQ ਵੈਕਟਰ ਜਿਹੜਾ ਹੈ OQ ਵੈਕਟਰ, ਇਹਦਾ ਜਿਹੜਾ ਸਾਡੇ ਕੋਲ ਮੈਗਨੀਟਿਊਡ ਹੈ ਕਿੰਨਾ ਆਏਗਾ? OQ ਵੈਕਟਰ ਰਿਜ਼ਲਟੈਂਟ ਹੈ, ਦੇਖੋ ਇਟ ਵਿਲ ਬੀ the resultant vector ਦਾ ਮੈਗਨੀਟਿਊਡ and it will be equal to R। ਇਹਨਾਂ ਤੁਸੀਂ ਪਹਿਲਾਂ ਆਪਣੀ ਕਾਪੀ ਦੇ ਉੱਤੇ ਨੋਟ ਕਰ ਲਓ ਕਿ ਤਿੰਨਾਂ ਦਾ ਮੈਂ ਜਿਹੜਾ ਹੈ ਮੈਗਨੀਟਿਊਡ ਲਿਖ ਲੇ, ਕਿਉਂਕਿ ਮੈਂ ਜਸਟ ਰਿਜ਼ਲਟੈਂਟ ਦਾ ਹੱਲੇ ਕੀ ਫਾਈਂਡ ਕਰਨਾ ਸੀ? ਹੱਲੇ ਅਸੀਂ ਉਹਦਾ ਸਿਰਫ ਮੈਗਨੀਟਿਊਡ ਹੀ ਆਪਾਂ ਫਾਈਂਡ ਆਊਟ ਕਰਨਾ। ਹਾਂਜੀ, ਕਲੀਅਰ? ਨਾਓ ਅਸੀਂ ਕੀ ਕੀਤਾ? ਦੇਖੋ ਇੱਕ ਪਰਪੈਂਡੀਕੂਲਰ ਡਰਾ ਕੀਤਾ QN, ਇਟ ਇਜ਼ ਏ ਪਰਪੈਂਡੀਕੂਲਰ। ਹਾਂਜੀ, Q ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ QN, ਕਿਹਦੇ ਉੱਤੇ ਡਰਾ ਕੀਤਾ? OP ਵੈਕਟਰ when produced। OP ਜਿਹੜੀ ਲਾਈਨ ਹੈ OP ਦੇ ਉੱਪਰ ਜਿਹੜਾ ਅਸੀਂ ਪਰਪੈਂਡੀਕੂਲਰ ਡਰਾ ਕੀਤਾ when it produced। ਜਦੋਂ ਇਸ ਨੂੰ ਅਸੀਂ ਪ੍ਰੋਡਿਊਸ ਕੀਤਾ ਤੇ ਅਸੀਂ ਇੱਕ ਪਰਪੈਂਡੀਕੂਲਰ ਡਰਾ ਕੀਤਾ। ਦੇਖੋ ਇਹਨੂੰ ਗਾਂ ਵਧਾ ਲਓ, ਆ ਦੇਖੋ ਮੈਂ ਡਾਟਡ ਲਾਈਨ ਦੇ ਨਾਲ ਇੰਕਰੀਜ਼ ਕਰਤਾ, ਇੱਥੋਂ ਇੱਕ ਪਰਪੈਂਡੀਕੂਲਰ ਅਸੀਂ ਜਿਹੜਾ ਹੈ ਉਹ ਡਰਾ ਕਰਤਾ। ਅਸੀਂ ਪਿੱਛੇ ਵੀ ਅਸੀਂ ਡਿਸਕਸ ਕੀਤਾ ਸੀ ਕਿ ਜਿਵੇਂ ਦੇਖੋ ਆਹ ਵੈਕਟਰ ਹੈ, ਦਿਸ ਇਜ਼ ਵੈਕਟਰ A, ਇਹਨੂੰ ਮੈਂ ਇੱਥੋਂ ਵੀ ਸ਼ੁਰੂ ਕਰ ਸਕਦਾ। ਕਿਉਂ? ਕਿਉਂਕਿ ਵੈਕਟਰ ਨੂੰ ਇਹਦੇ ਪੈਰਲਲ ਅਸੀਂ ਸ਼ਿਫਟ ਕਰ ਸਕਦੇ ਹਾਂ, ਅੱਗੇ ਲੈ ਕੇ ਜਾ ਸਕਦੇ ਹਾਂ। ਹਾਂਜੀ, ਕਲੀਅਰ? ਹੁਣ ਆਹ ਜਿਹੜਾ ਵੈਕਟਰ ਹੈ ਇਹਨੂੰ ਜੇ ਅਸੀਂ ਇੱਥੋਂ ਸ਼ੁਰੂ ਕਰੀਏ, ਦੇਖੋ ਇਸ ਪੁਆਇੰਟ ਤੋਂ, ਤੇ ਲਾਈਕ ਦਿਸ ਯੂ ਕੈਨ ਸ਼ੋ ਲਾਈਕ ਦਿਸ, ਇਹ ਸਾਡਾ ਮੰਨ ਲਓ A ਵੈਕਟਰ ਆਏਗਾ। ਇੱਥੇ ਦੋ ਵੈਕਟਰਾਂ ਦੀ ਟੇਲ ਆ ਗਈ, ਦੇਖੋ A ਦੀ ਤੇ B ਦੀ ਟੇਲ ਆ ਗਈ, ਤੇ ਜਿੱਥੇ ਦੋ ਵੈਕਟਰਾਂ ਦੀ ਟੇਲ ਆਏ ਉੱਥੇ ਵਿਚਕਾਰ ਦਾ ਜਿਹੜਾ ਐਂਗਲ ਹੁੰਦਾ ਹੈ ਉਸ ਨੂੰ ਬੋਲਦੇ ਆ ਐਂਗਲ ਬਿਟਵੀਨ ਟੂ ਵੈਕਟਰਸ। ਮੈਂ ਅੱਗੇ ਵੀ ਫਸਟ ਪਾਰਟ ਜਾਂ ਸੈਕੰਡ ਪਾਰਟ ਵਿੱਚ ਡਿਸਕਸ ਕਰ ਚੁੱਕਾ ਹਾਂ, ਹਾਊ ਟੂ ਫਾਈਂਡ ਦਾ ਐਂਗਲ ਬਿਟਵੀਨ ਟੂ ਵੈਕਟਰ। ਐਂਗਲ ਲੱਭਣ ਵਾਸਤੇ ਦੋ ਵੈਕਟਰਾਂ ਦੀ ਜਿਹੜੀ ਟੇਲਸ ਹੈ ਨਾ ਉਹ ਕੋਇਨਸਾਈਡ ਹੋਣੀ ਚਾਹੀਦੀ, ਤੇ ਆਹ ਵਾਲਾ ਐਂਗਲ ਹੁੰਦਾ ਹੈ ਦੋ ਵੈਕਟਰਾਂ ਦੇ ਵਿੱਚ। ਅਸੀਂ ਇਸ ਵੈਕਟਰ ਨੂੰ ਇੱਥੇ ਸ਼ਿਫਟ ਕਰਕੇ ਅਸੀਂ ਦੇਖਿਆ ਕਿ ਇੱਥੇ ਇਹਦੀ ਟੇਲ ਆ ਸਕਦੀ ਹੈ, ਤੇ ਆਹ ਵਾਲਾ ਐਂਗਲ ਜਿਹੜਾ ਹੈ that will be the angle between two vectors। Now what is theta? Theta is the angle between two vector। Here theta is the, हाँ जी, theta की चीज है angle between two, हाँ जी, vectors। I think कि ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ। ਹੁਣ ਦੇਖੋ ਧਿਆਨ ਨਾਲ, in ਰਾਈਟ ਐਂਗਲ ਟ੍ਰਾਈਐਂਗਲ, ਇੱਕ ਵੱਡੀ ਰਾਈਟ ਐਂਗਲ ਟ੍ਰਾਈਐਂਗਲ ਬੇਟਾ ਦੇਖੋ ਫਾਈਂਡ ਕਰੋ। ਸਭ ਨਾਲੋਂ ਵੱਡੀ ਟ੍ਰਾਈਐਂਗਲ ਦੇਖੋ ਕਿਹੜੀ ਹੈ? ਇਨ ਰਾਈਟ ਐਂਗਲ ਟ੍ਰਾਈਐਂਗਲ, ਹਾਂਜੀ, ਕਿਹੜੀ ਟ੍ਰਾਈਐਂਗਲ ਹੈ? ONQ। ਇਸ ਵੱਡੀ ਰਾਈਟ ਐਂਗਲ ਟ੍ਰਾਈਐਂਗਲ ਵਿੱਚ ਦੇਖੋ ਸਾਡੇ ਕੋਲ ਜਿਹੜਾ ਹੈ ਪਾਇਥਾਗੋਰਸ ਥਿਊਰਮ ਅਸੀਂ ਲਗਾ ਸਕਦੇ ਹਾਂ। ਪਾਇਥਾਗੋਰਸ ਥਿਊਰਮ ਕੀ ਕਹਿੰਦੀ ਹੈ? ਅਸੀਂ ਇਥੇ ਲਿਖ ਦਿੰਦੇ ਆ ਅਪਲਾਈ, ਹਾਂਜੀ, ਕਿਹੜੀ ਥਿਊਰਮ ਆਏਗੀ ਸਾਡੇ ਕੋਲ? ਪਾਇਥਾਗੋਰਸ, ਹਾਂਜੀ, ਥਿਊਰਮ। ਦੇਖੋ ਕੀ ਆਏਗਾ ਸਾਡੇ ਕੋਲ? ਹਾਈਪੋਟੇਨਿਊਜ਼ ਦਾ ਸਕੁਅਰ OQ ਦਾ ਸਕੁਅਰ ਇਕੁਅਲ ਟੂ ਹਾਈਪੋਟੇਨਿਊਜ਼ ਦਾ ਸਕੁਅਰ। ਅਸੀਂ ਬੇਟਾ ਪਾਇਥਾਗੋਰਸ ਥਿਊਰਮ ਲਗਾ ਰਹੇ ਹਾਂ, ਸਿਰਫ ਮੈਗਨੀਟਿਊਡ ਫਾਈਂਡ ਕਰ ਰਹੇ ਹਾਂ, ਇਸ ਕਰਕੇ ਵੈਕਟਰ ਨਹੀਂ ਪਾਉਣਾ ਕਿਤੇ। OQ ਸਕੁਅਰ ਇਕੁਅਲ ਟੂ O ਸਾਡੇ ਕੋਲ ਕਿੰਨਾ ਆਏਗਾ? n ਦਾ ਸਕੁਅਰ ਪਲੱਸ
ਅੱਗੇ ਕਿੰਨਾ ਆ ਜਾਏਗਾ ਸਾਡੇ ਕੋਲ n q ਦਾ ਸਕੁਅਰ। ਅਸੀਂ ਪਾਈਥਾਗੋਰਸ ਥਿਊਰਮ ਲਗਾਤੀ, ਹਾਈਪੋਟੇਨਸ ਦਾ ਸਕੁਅਰ ਇਜ਼ ਇਕੁਅਲ ਟੂ ਬੇਸ ਸਕੁਅਰ ਪਲੱਸ ਕਿੰਨਾ ਆ ਗਿਆ ਸਾਡੇ ਕੋਲ ਪਰਪੈਂਡੀਕੂਲਰ ਦਾ ਸਕੁਅਰ, ਔਰ what is OQ ਦਾ ਸਕੁਅਰ ਇਕੁਅਲ ਟੂ ON, O ਤੋਂ ਲੈ ਕੇ N ਤੱਕ, ਆ ਦੇਖੋ O to N, ਇਹਦੇ ਦੋ ਹਿੱਸੇ ਹੋ ਗਏ, ਇੱਕ ਇੱਥੋਂ ਲੈ ਕੇ ਇੱਥੋਂ ਤੱਕ ਹੋ ਗਿਆ ਪਲੱਸ ਨੈਕਸਟ ਆ ਵਾਲਾ ਹਿੱਸਾ ਹੋ ਗਿਆ। ਇਹਦਾ ਮਤਲਬ ON ਨੂੰ ਅਸੀਂ 2 ਪਾਰਟਸ ਵਿੱਚ ਜਿਹੜਾ ਹੈ ਆਪਾਂ ਡਿਵਾਈਡ ਕਰ ਸਕਦੇ ਹਾਂ। ਸਾਡੇ ਕੋਲ ਕਿਹੜਾ ਕਿਹੜਾ ਆਏਗਾ, ON ਦੀ ਜਗ੍ਹਾ ਤੇ ਆ ਜਾਏਗਾ ਪਹਿਲਾਂ O ਤੋਂ ਲੈ ਕੇ P ਪਲੱਸ P ਤੋਂ ਲੈ ਕੇ ਸਾਡੇ ਕੋਲ ਕੀ ਆ ਜਾਏਗਾ N ਆ ਜਾਏਗਾ, ਤੇ ਉੱਪਰ ਕੀ ਆ ਜਾਏਗਾ ਸਾਡੇ ਕੋਲ ਸਕੁਅਰ ਪਲੱਸ ਅੱਗੇ ਆ ਗਿਆ NQ ਦਾ ਸਾਡੇ ਕੋਲ ਆ ਗਿਆ ਸਕੁਅਰ ਆ ਗਿਆ, ਔਰ ਇਧਰੋਂ ਸਾਡੇ ਕੋਲ ਕੀ ਆਏਗਾ OQ ਦਾ ਸਕੁਅਰ ਇਜ਼ ਇਕੁਅਲ ਟੂ A ਪਲੱਸ B ਦਾ ਹੋਲ ਸਕੁਅਰ। ਆਪਾਂ ਹੱਲ ਕਰਨ ਲੱਗੇ ਆ। ਹਾਂਜੀ, ਕੀ ਫਾਰਮੂਲਾ ਹੁੰਦਾ ਹੈ, A ਸਕੁਅਰ ਸਾਡੇ ਕੋਲ ਆ ਜਾਏਗਾ OP ਸਕੁਅਰ ਪਲੱਸ B ਸਕੁਅਰ ਆ ਗਿਆ ਸਾਡੇ ਕੋਲ PN ਦਾ ਸਕੁਅਰ ਆ ਗਿਆ ਪਲੱਸ ਫਿਰ 2 into OP ਮਲਟੀਪਲਾਈ ਬਾय ਸਾਡੇ ਕੋਲ ਕਿੰਨਾ ਆ ਗਿਆ PN, A ਸਕੁਅਰ ਪਲੱਸ B ਸਕੁਅਰ ਪਲੱਸ 2AB, ਇਹ ਲਗਾਤਾ ਫਾਰਮੂਲਾ, ਐਂਡ ਦੈਨ ਸਾਡੇ ਕੋਲ ਅੱਗੇ ਆ ਜਾਏਗਾ ਪਲੱਸ NQ ਦਾ ਸਾਡੇ ਕੋਲ ਸਕੁਅਰ ਆ ਗਿਆ। ਆ ਸਾਡੇ ਕੋਲ ਰਿਜ਼ਲਟੈਂਟ ਸੀਗਾ ਇੱਥੇ। ਹਾਂਜੀ, ਕਲੀਅਰ। ਹੁਣ ਜਿਹੜੀ ਸਾਨੂੰ ਵੈਲਿਊ ਪਤਾ ਹੈ ਉਹ ਅਸੀਂ ਵਿੱਚ ਪੁੱਟ ਕਰ ਦਿੰਦੇ ਆ। ਹਾਂਜੀ, ਵਾਟ ਇਜ਼ OQ, O ਤੋਂ ਲੈ ਕੇ Q ਤੱਕ ਕਿੰਨਾ ਹੈ, ਦੇਖੋ ਰਿਜ਼ਲਟੈਂਟ ਇੱਥੇ ਸਾਡੇ ਕੋਲ ਜਿਹੜਾ ਆਏਗਾ it will be equal to R, ऊपर आ जाएगा स्क्वायर, आगे आ जाएगा इक्वल टू द साइन। व्हाट इज OP, OP किधर इक्वल है, O तो लेके P तक, इट इज इक्वल टू A, ऊपर आ गया स्क्वायर। थोड़ी जी ब्लैक बोर्ड की प्रॉब्लम आ रही है। हाँ जी, इथे आ गया साढ़े कोल A, ऊपर आ गया स्क्वायर, आगे आ गया साढ़े कोल प्लस। हाँ जी, PN ਇਹ ਹਾਲੇ ਅਸੀਂ ਫਾਈਂਡ ਕਰਨਾ ਹੈ, ਸਾਨੂੰ ਪਤਾ ਹੀ ਨਹੀਂ ਹੈ ਕਿ PN ਕਿੰਨਾ ਹੈ। PN ਨਹੀਂ ਪਤਾ ਤੇ ਇਹਨੂੰ ਅਸੀਂ ਐਜ਼ ਇਟ ਇਜ਼ ਲਿਖਿਆ ਰਹਿਣ ਦੇਣਾ ਹੈ। ਅੱਗੇ ਆ ਗਿਆ ਪਲੱਸ, ਫਿਰ ਆ ਗਿਆ ਦੇਖੋ 2, ਫਿਰ OP ਆ ਗਿਆ। ਹਾਂਜੀ, OP ਕਿੰਨਾ ਹੈ ਸਾਡੇ ਕੋਲ, ਇਟ ਇਜ਼ ਇਕੁਅਲ ਟੂ ਸਾਡੇ ਕੋਲ ਆ ਗਿਆ A। PN ਨਹੀਂ ਪਤਾ, ਅਸੀਂ PN ਦਾ PN ਪਾ ਦਿੱਤਾ ਐਜ਼ ਇਟ ਇਜ਼, ਅੱਗੇ ਆ ਗਿਆ ਪਲੱਸ। ਹਾਂਜੀ, ਸਾਨੂੰ NQ ਜਿਹੜਾ ਪਰਪੈਂਡੀਕੂਲਰ ਡਰਾ ਕੀਤਾ ਸੀ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ, ਅਸੀਂ ਉਹਦੇ ਵਾਸਤੇ ਵੀ ਅਸੀਂ ਇਹਨੂੰ ਐਜ਼ ਇਟ ਇਜ਼ NQ ਦਾ ਅਸੀਂ ਸਕੁਅਰ ਹੀ ਪਾ ਦਾਂਗੇ। ਹਾਂਜੀ, ਕਲੀਅਰ ਹੈ। ਆਈ ਥਿੰਕ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਇਹ ਕਲੀਅਰ ਹੋ ਗਿਆ। ਇਹਨੂੰ ਨਾਲ ਦੇ ਨਾਲ ਤੁਸੀਂ ਜਿਹੜਾ ਹੈ ਇਹਨੂੰ ਨੋਟ ਕਰੀ ਜਾਓ। ਨਾਓ ਸਾਡੇ ਕੋਲ ਕਿਹੜੀ ਕੁਐਸਚਨ ਆਈ ਸੀ, R ਸਕੁਅਰ ਇਕੁਅਲ ਟੂ, ਆ ਮੈਂ ਦੁਬਾਰਾ ਲਿਖ ਦੇਣਾ ਉੱਤੇ, A ਸਕੁਅਰ ਪਲੱਸ PN ਸਕੁਅਰ, ਸਾਡੇ ਕੋਲ ਅੱਗੇ ਆ ਗਿਆ ਪਲੱਸ 2A, ਨਾਲ ਸਾਡੇ ਕੋਲ ਕੀ ਆ ਗਿਆ, ਹਾਂਜੀ PN, ਨਾਲ ਆ ਗਿਆ ਸਾਡੇ ਕੋਲ ਪਲੱਸ, ਹਾਂਜੀ NQ ਦਾ ਸਾਡੇ ਕੋਲ ਜਿਹੜਾ ਹੈ ਸਕੁਅਰ। ਇਟ ਇਜ਼ ਇਕੁਏਸ਼ਨ ਨੰਬਰ 1। ਇਹ ਇਕੁਏਸ਼ਨ ਨੰਬਰ 1 ਸਾਡੀ ਜਿਹੜੀ ਬਣ ਗਈ। ਹੁਣ ਅਸੀਂ ਵਿੱਚੋਂ ਇੱਕ PN ਦੀ ਵੈਲਿਊ ਫਾਈਂਡ ਕਰਨੀ ਹੈ ਤੇ ਇੱਕ ਅਸੀਂ ਫਾਈਂਡ ਕਰਨੀ ਆ NQ ਦੀ। ਜਦੋਂ ਇਹਨਾਂ ਦੀ ਵੈਲਿਊ ਫਾਈਂਡ ਕਰ ਲਾਂਗੇ ਅਸੀਂ ਇਸੇ ਇਕੁਏਸ਼ਨ 'ਚ ਇਹਨਾਂ ਨੂੰ ਪੁੱਟ ਕਰਕੇ ਰਿਜ਼ਲਟੈਂਟ ਜਿਹੜਾ ਹੈ ਉਹਦਾ ਮੈਗਨੀਟਿਊਡ ਜਿਹੜਾ ਹੈ ਅਸੀਂ ਉਹ ਫਾਈਂਡ ਕਰ ਲਾਂਗੇ। ਨਾਓ ਇਨ ਰਾਈਟ ਐਂਗਲ ਟ੍ਰਾਇੰਗਲ, ਦੇਖੋ ਧਿਆਨ ਨਾਲ, ਆ ਰਾਈਟ ਐਂਗਲ ਟ੍ਰਾਇੰਗਲ PNQ, ਇਹ ਛੋਟੀ ਵਾਲੀ ਦੇਖੋ, ਪਹਿਲਾਂ ਅਸੀਂ ਵੱਡੀ ਰਾਈਟ ਐਂਗਲ ਟ੍ਰਾਇੰਗਲ ਲਈ ਸੀ, ਵੱਡੀ ਉੱਤੇ ਪਾਈਥਾਗੋਰਸ ਥਿਊਰਮ ਲਗਾਈ ਹੈ। ਹੁਣ ਅਸੀਂ ਇਹ ਛੋਟੀ ਰਾਈਟ ਐਂਗਲ ਟ੍ਰਾਇੰਗਲ ਦੇਖੋ ਲੈ ਰਹੇ ਹਾਂ PNQ, ਆ ਵਾਲੀ ਟ੍ਰਾਇੰਗਲ ਅਸੀਂ ਲੈ ਰਹੇ ਹਾਂ ਰਾਈਟ ਐਂਗਲ। ਕਲੀਅਰ। ਨਾਓ ਇਸ ਟ੍ਰਾਇੰਗਲ ਦੇ ਵਿੱਚੋਂ ਤੁਸੀਂ ਪਹਿਲਾਂ sin ਥੀਟਾ ਫਾਈਂਡ ਕਰਾਂਗੇ। ਹਾਂਜੀ, sin ਥੀਟਾ ਦਾ ਫਾਰਮੂਲਾ ਸਭ ਨੂੰ ਪਤਾ ਹੈ, ਪਰਪੈਂਡੀਕੂਲਰ ਓਵਰ ਹਾਈਪੋਟੇਨਿਊਸ। sin ਥੀਟਾ ਨਿਕਾਲਣ ਵਾਸਤੇ ਪਰਪੈਂਡੀਕੂਲਰ ਨੂੰ ਅਸੀਂ ਹਾਈਪੋਟੇਨਿਊਸ ਨਾਲ ਥੱਲੇ ਡਿਵਾਈਡ ਕਰਾਂਗੇ। ਨਾਓ which one is the perpendicular, this is the perpendicular। ਪਰਪੈਂਡੀਕੂਲਰ ਦੀ ਜਗ੍ਹਾ ਤੇ ਕੀ ਆ ਗਿਆ ਸਾਡੇ ਕੋਲ QN, ਤੇ ਹਾਈਪੋਟੇਨਿਊਸ ਕਿਹੜਾ ਹੋ ਗਿਆ, ਹਾਂਜੀ PQ। ਕਿਤੇ ਵੀ ਵੈਕਟਰ ਨਹੀਂ ਪਾਣਾ ਕਿਉਂਕਿ ਅਸੀਂ ਮੈਗਨੀਟਿਊਡ ਫਾਈਂਡ ਕਰ ਰਹੇ ਹਾਂ। ਹਾਂਜੀ PQ, ਹਾਂਜੀ QN ਦਾ QN,
ਤੇ ਡਿਵਾਈਡਡ ਬਾय व्हाट इज पी क्यू, P ਤੋਂ ਲੈ ਕੇ Q ਤੱਕ ਕਿੰਨਾ ਹੈ ਦੇਖੋ, ਹਾਂਜੀ ਜਸਟ ਇਕੁਅਲ ਟੂ B। ਇਹਦਾ ਮਤਲਬ ਦਿਸ ਇੰਪਲਾਈ ਸਾਡੇ ਕੋਲ sin θ ਦੀ ਵੈਲਿਊ ਕਿੰਨੀ ਆ ਗਈ, QN/B। ਦਿਸ ਇੰਪਲਾਈ ਵਿੱਚੋਂ ਤੁਸੀਂ ਜਿਹੜਾ ਹੈ QN ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹੋ। ਨਾਓ QN ਕਿੰਨਾ ਹੈਗਾ, ਇਹਨੂੰ ਕ੍ਰੋਸ ਮਲਟੀਪਲਾਈ ਕਰਕੇ ਉੱਪਰ ਲੈ ਜਾਓ, ਸਾਡੇ ਕੋਲ ਆ ਜਾਏਗਾ B ਨਾਲ ਲੱਗ ਜਾਏਗਾ sin θ। ਆ ਸਾਡੀ ਵੈਲਿਊ ਜਿਹੜੀ ਹੈ ਇਕੁਏਸ਼ਨ ਨੰਬਰ 2 ਕਾਦੀ ਵੈਲਿਊ ਫਾਈਂਡ ਕਰ ਲਈ ਅਸੀਂ, QN ਦੀ ਵੈਲਿਊ ਫਾਈਂਡ ਕਰ ਲਈ। ਹਾਂਜੀ ਇਸੇ ਤਰੀਕੇ ਨਾਲ ਇਹਦੇ ਵਿੱਚੋਂ ਜਿਹੜਾ ਹੈ ਆ ਸਾਡਾ ਰਿਜ਼ਲਟ ਹੈ। ਸਿਮਿਲਰਲੀ ਉਸੇ ਟ੍ਰਾਇੰਗਲ ਚੋਂ ਹੁਣ cos θ ਫਾਈਂਡ ਕਰੀਏ। ਪਹਿਲਾਂ sin θ ਨਿਕਾਲਿਆ, ਹੁਣ ਅਸੀਂ cos θ ਫਾਈਂਡ ਕਰਾਂਗੇ। cos θ ਦਾ ਫਾਰਮੂਲਾ ਕੀ ਹੁੰਦਾ ਹੈ, ਸਾਡੇ ਕੋਲ ਹੁੰਦਾ ਹੈ ਬੇਸ ਓਵਰ ਹਾਈਪੋਟੇਨਿਊਜ਼। ਬੇਸ ਨੂੰ ਅਸੀਂ ਹਾਈਪੋਟੇਨਿਊਜ਼ ਨਾਲ ਡਿਵਾਈਡ ਕਰਾਂਗੇ। ਨਾਓ ਬੇਸ ਕਿਹੜਾ ਦੇਖੋ, ਇਸੇ ਰਾਈਟ ਐਂਗਲ ਟ੍ਰਾਇੰਗਲ ਚੋਂ ਬੇਸ ਕਿਹੜਾ ਆ ਗਿਆ ਸਾਡੇ ਕੋਲ PN, ਤੇ ਹਾਈਪੋਟੇਨਿਊਜ਼ ਕਿਹੜਾ ਹੈ, ਅਗੇਨ ਇਟ ਇਜ਼ ਇਕੁਅਲ ਟੂ ਸਾਡੇ ਕੋਲ ਹੈਗਾ PQ। ਔਰ ਸਾਡੇ ਕੋਲ cos θ ਦੀ ਵੈਲਿਊ ਕਿੰਨੀ ਆ ਗਈ, PN ਦਾ PN ਉਹ ਤੇ ਪਤਾ ਹੀ ਨਹੀਂ ਹੈ, ਉਹ ਤੇ ਫਾਈਂਡ ਕਰਨਾ ਅਸੀਂ PN। ਨੀਚੇ ਕੀ ਹੈਗਾ ਦੇਖੋ PQ, P ਤੋਂ ਲੈ ਕੇ Q ਤੱਕ ਕਿੰਨਾ ਆ ਗਿਆ, ਨੀਚੇ ਸਾਡੇ ਕੋਲ B ਆ ਗਿਆ। ਐਂਡ ਦਿਸ ਇੰਪਲਾਈ PN ਦੀ ਵੈਲਿਊ ਨਿਕਾਲੋ ਕ੍ਰੋਸ ਮਲਟੀਪਲਾਈ ਕਰਕੇ, ਇਹਨੂੰ ਉੱਪਰ ਲੈ ਜਾਓ, ਇਟ ਇਜ਼ ਇਕੁਅਲ ਟੂ B cos θ। ਇਟ ਇਜ਼ ਇਕੁਏਸ਼ਨ ਨੰਬਰ 3। ਇੱਕ ਵੈਲਿਊ ਮੈਂ QN ਦੀ ਫਾਈਂਡ ਕਰ ਲਈ ਕਿਉਂਕਿ ਮੈਨੂੰ QN ਦੀ ਵੈਲਿਊ ਚਾਹੀਦੀ ਸੀ, QN ਆ ਦੇਖੋ NQ ਜਾਂ QN ਇੱਕੋ ਚੀਜ਼। ਇੱਕ ਵੈਲਿਊ ਮੈਨੂੰ PN ਦੀ ਚਾਹੀਦੀ ਸੀ ਇੱਥੇ ਪੁੱਟ ਕਰਨ ਵਾਸਤੇ, ਇੱਥੇ ਪੁੱਟ ਕਰਨ ਵਾਸਤੇ। ਕਲੀਅਰ। ਹੁਣ ਇਹ ਦੋਨੋਂ ਵੈਲਿਊਜ਼ ਜਿਹੜੀਆਂ 2 ਨੰਬਰ ਤੇ 3 ਨੰਬਰ ਵਾਲੀਆਂ ਅਸੀਂ ਇਕੁਏਸ਼ਨ ਨੰਬਰ 1 ਦੇ ਵਿੱਚ ਪੁੱਟ ਕਰਨ ਲੱਗੇ ਆ। ਆਈ ਥਿੰਕ ਕਿ ਨਾਲ ਨਾਲ ਤੁਸੀਂ ਜਿਹੜਾ ਹੈ ਇਹਨੂੰ ਨੋਟ ਵੀ ਕੀਤਾ ਹੋਵੇਗਾ। ਨਾਓ ਪੁੱਟ, ਇੱਥੇ ਲਿਖਾਂਗੇ put the value of PN and NQ in 1 ਇਹਦੇ ਵਿੱਚ ਪੁੱਟ ਕਰ ਦੋ। ਸਾਡੇ ਕੋਲ ਕੀ ਆਏਗਾ, R ਸਕੁਅਰ ਇਕੁਅਲ ਟੂ ਕਿੰਨਾ ਆ ਜਾਏਗਾ ਸਾਡੇ ਕੋਲ A ਸਕੁਅਰ ਪਲੱਸ ਹਾਂਜੀ PN ਕਿੰਨਾ ਹੈ ਦੇਖੋ, PN ਦੀ ਵੈਲਿਊ ਹੈ ਸਾਡੇ ਕੋਲ ਆ ਗਈ B cos θ, ਉੱਪਰ ਕੀ ਆ ਜਾਏਗਾ ਸਕੁਅਰ प्लस 2 इंटू A। हाँ जी आप PN की वैल्यू आ गई B cos थीटा, ऊपर स्क्वायर प्लस 2 इंटू A। हाँ जी व्हाट इज PN, PN की वैल्यू मैं देखो तुहानू निकाली सी, वो तुहाडे कोल वैल्यू फिर दोबारा आई हैगी है B नाल आ जाएगा साडे कोल cos थीटा प्लस NQ वो मैं रब कर दी है ओदी sin थीटा, ओदा ऊपर की आ जाएगा साडे कोल स्क्वायर आ जाएगा। QN की वैल्यू आ गई, ऊपर तुहाडे कोल स्क्वायर आ गया। क्लियर। और R स्क्वायर इक्वल टू A स्क्वायर प्लस स्क्वायर वखरे वखरे कर दो B स्क्वायर cos स्क्वायर थीटा प्लस 2AB साढ़े को आ गया cos थीटा प्लस B स्क्वायर नाल साढ़े को आ गया sin स्क्वायर थीटा। ए स्क्वायर जेडे ने मैं वखरे वखरे कर दिते हैं। हाँ जी क्लियर। आई थिंक तुहानू इथों तक जिहड़ा है यह सारा क्लियर हो गया। नाउ R स्क्वायर इक्वल टू A स्क्वायर प्लस आ देखो एक आ टर्म देखो, एक है लास्ट देखो, इन्हां दोनों दे विचों कॉमन की है, ਇਹਦੇ ਵਿੱਚੋਂ ਤੇ ਇਹਦੇ ਵਿੱਚੋਂ कॉमन ਕਿਹੜੀ ਚੀਜ਼ ਹੈ, B स्क्वायर ਸਾਡਾ ਜਿਹੜਾ ਹੈ ਉਹ कॉमन है। ਸਾਡੇ ਕੋਲ B स्क्वायर बाहर आ गया, अंदर की बच गया हाँ जी cos स्क्वायर थीटा प्लस इधरों की बच गया ਸਾਡੇ ਕੋਲ हाँ जी sin स्क्वायर थीटा प्लस बाकी वैल्यू साढ़े को रह गई 2AB हाँ जी 2AB हाँ जी cos थीटा। ਇਹ ਤੁਸੀਂ 10th क्लास ਦੇ ਵਿੱਚ ਪੜ੍ਹ ਚੁੱਕੇ ਹੋ ਕਿ cos स्क्वायर थीटा प्लस sin स्क्वायर थीटा ਜਿਹੜਾ ਹੈ ਇਹਦੀ ਵੈਲਿਊ ਕਿੰਨੀ ਹੁੰਦੀ ਹੈ 1 और R स्क्वायर इक्वल टू A स्क्वायर प्लस B स्क्वायर इंटू 1 ਇਹ 1 हो गया प्लस 2AB नाल साडे कोल आ गया cos थीटा। और R इक्वल टू असी रिजल्टेंट फाइंड करना है, जदों स्क्वायर छड्डोगे तो दूजे पासे जिहड़ा है साडे कोल स्क्वायर रूट आ जाएगा। साडे कोल वैल्यू कितनी आ जाएगी A स्क्वायर प्लस
बी स्केयर 1 लिखण की जरूरत नहीं, प्लस 2ab, हाँ जी साडे कोल आ गया cos थीटा, ते ए साडे कोल देखो ध्यान नाल रिजल्टेंट दा जिहड़ा है साडे कोल है फार्मूला आ गया r इक्वल टू a स्केयर प्लस b स्केयर प्लस, हाँ जी प्लस तो बाद 2ab cos थीटा अंडर रूट, हाँ जी दिस इज द formula to calculate the magnitude of resultant of two vectors. This is the formula to calculate the magnitude of resultant of two vectors. I think ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ। ਹਾਂਜੀ ਹੁਣ ਇਹਨੂੰ ਦੁਬਾਰਾ ਜਿਹੜਾ ਹੈ ਇੱਕ ਵਾਰੀ ਦੇਖ ਲਓ ਕਿ ਫਾਰਮੂਲਾ ਕਿਸ ਤਰ੍ਹਾਂ ਤੁਸੀਂ ਰਿਜ਼ਲਟੈਂਟ ਦਾ ਨਿਕਾਲਣਾ ਹੈ। ਮੈਂ ਇੱਥੇ ਲਿਖ ਦਿੰਦਾ ਹੈ r is equal to a square प्लस बी स्केयर प्लस 2ab, हाँ जी cos थीटा ऊपर अंडर रूट, आ जे फार्मूला मैग्नीट्यूड दो वैक्टर्स दा जिहड़ा है जेकर असी फाइंड आउट करना है। ध्यान दियो जिन्ना दो वैक्टर्स नू तुसी ट्रायंगल लॉ दे अकॉर्डिंग ऐड कीता है, जिन्ना दो वैक्टर्स नू ट्रायंगल लॉ लगा के ऐड करके उन्हां दा रिजल्टेंट फाइंड कीता है, ओदा रिजल्टेंट दा मैग्नीट्यूड किस तरह फाइंड करना है। जिहड़ा पहला वैक्टर है ओदे मैग्नीट्यूड दा स्केयर कर दांगे प्लस दूसरे वैक्टर दे मैग्नीट्यूड दा स्केयर कर दांगे प्लस 2, फिर मैग्नीट्यूड ए दा, फिर मैग्नीट्यूड बी दा, ते नाल आएगा जे ध्यान रखना है cos थीटा, cos ऑफ थीटा, कोसाइन ऑफ एंगल थीटा। थीटा की चीज है, इट इज द एंगल बिटवीन, हाँ जी इट इज द एंगल बिटवीन टू वैक्टर्स, हाँ जी जेड़े दो वैक्टर्स ने उन्हां दे विचकार जिन्ना एंगल है वो तुसी इत्थे लगा देना है। इट इज द एंगल बिटवीन टू वैक्टर्स A एंड B। आई थिंक तुहानू बेटा इत्थों तक सारा जिहड़ा है क्लीयर हो गया। नाउ यह फॉर्मूला भी तुसी बड़ी इजीली जिहड़ा है तुसी इनू याद कर सकते हो। नाउ एक दा केस देखो, केस नंबर 1, इनू ध्यान नाल देखना है। r इज इक्वल टू a स्क्वायर प्लस b स्क्वायर प्लस 2ab cos थीटा अंडर रूट। नाउ केस नंबर 1, if two vectors are parallel, if two vectors are parallel, मान लो दो वेक्टर्स आपस विच पैरेलल ने, मान लो एक आ वेक्टर है A, दूजा आ वेक्टर है साडा जिहड़ा B, बिल्कुल एक दूसरे दे पैरेलल ने, इको डायरेक्शन ची ने, देन जे दो वैक्टर एक दूसरे दे पैरेलल ने देन थीटा जिहड़ा है कितना आएगा 0 डिग्री। ए याद रखो दो वैक्टर पैरेलल होण ते उन्हां दे विचकार जिहड़ा एंगल हुंदा है वो 0 हुंदा है। जिस तरह देखो मान लो आ दो वैक्टर्स ने, सपोज दीज आर टू वैक्टर्स, इन्हां च एंगल है देखो, एक इधर नूं जा रहा है एक इस डायरेक्शन च है, ते जे इस तरह करिए ए दो वैक्टर परपेंडिकुलर ने ते इन्हां विच एंगल 90 है, ते जे देखो मैं हुण एंगल घटदा गया ते जे ये दो वैक्टर बिल्कुल पैरेलल हो गए ते इन्हां विचकार एंगल नहीं आएगा। दो पैरेलल वैक्टर विचकार कितना एंगल हुंदा है 0, ते दो परपेंडिकुलर वैक्टर दे विचकार कितना एंगल हुंदा है 90, ते दो एंटी पैरेलल एक इधर नूं आ देखो इधर जांदा गया बिल्कुल ओदे ऑपोजिट, एक ओदे ऑपोजिट हो गया, ते इन्हां विचकार एंगल कितना होएगा साडे कोल 180 डिग्री। ए 3 पॉइंट अपने माइंड च कर लो। जे दो पैरेलल वैक्टर ने उन्हां च एंगल 0, जे दो परपेंडिकुलर वैक्टर ने उन्हां विच एंगल 90, ते जेकर साडे कोल दो एंटी पैरेलल वैक्टर ने ते उन्हां विच जिहड़ा है एंगल साडे कोल हुंदा है 180 डिग्री। हुण असीं को साडे कोल किहड़ा है टू वैक्टर्स आर पैरेलल, ते A ते B बिल्कुल सेम डायरेक्शन च ने, ते थीटा कितना आएगा साडे कोल 0 आएगा दोनों वैक्टरां च, ठीक है, ते इत्थे असीं 0 कर दांगे। देयरफॉर रिजल्टेंट कितना आएगा साडे कोल, इट विल बी A स्क्वायर प्लस कितना आ जाएगा B स्क्वायर प्लस साडे कोल आ गया 2AB
नाल आ जाएगा cos 0 ऊपर अंडर रूट। हाँ जी क्लियर, ਇਹਦੀ जगह ਤੇ 0 पै गया। ਜਦੋਂ ਇੱਥੇ ਅਸੀਂ 0 ਲਗਾਤਾ ਤੇ cos 0 ਕਿੰਨਾ ਹੋਏਗਾ, cos 0 ਦੀ ਵੈਲਿਊ ਸਾਨੂੰ ਪਤਾ ਹੈ 1 ਹੁੰਦੀ ਹੈ ਤੇ ਸਾਡੇ ਕੋਲ ਜਦੋਂ ਵੈਲਿਊ ਅਸੀਂ 1 ਭਰਾਂਗੇ ਤੇ ਸਾਡੇ ਕੋਲ ਜਸਟ ਇੰਨਾ ਆ ਜਾਏਗਾ cos 0 1 ਹੋਣ ਕਰਕੇ। ਕਲੀਅਰ, ਤੇ ਇਹ ਸਾਡਾ ਇੱਕ ਸਕੁਅਰ ਬਣ ਗਿਆ। ਦੇਖੋ a ਸਕੁਅਰ plus b ਸਕੁਅਰ plus 2ab it is equal to a plus b ਦਾ ਹੋਲ ਸਕੁਅਰ ਉੱਤੇ ਅੰਡਰ ਰੂਟ ਆ ਗਿਆ। ਦੇਖੋ ਇਹ ਫਾਰਮੂਲਾ ਬਣ ਗਿਆ ਸਾਡਾ a ਸਕੁਅਰ plus b ਸਕੁਅਰ plus 2ab ਕਿਹਦੇ ਇਕੁਅਲ ਹੁੰਦਾ ਹੈ, a plus b ਦਾ ਹੋਲ ਸਕੁਅਰ। ਹਾਂਜੀ ਸਕੁਅਰ ਦੇ ਨਾਲ ਜਿਹੜਾ ਹੈ ਸਕੁਅਰ ਰੂਟ ਕੈਨਸਲ ਆ ਗਿਆ ਤੇ ਕੈਨਸਲ ਹੋਣ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਰਿਜ਼ਲਟੈਂਟ ਦੀ ਵੈਲਿਊ ਸਾਡੇ ਕੋਲ ਜਸਟ ਆ ਜਾਏਗੀ a plus b। ਇਟ ਵਿਲ ਬੀ ਜਸਟ ਇਕੁਅਲ ਟੂ a plus b। ਦੋਨਾਂ ਦੇ ਰਿਜ਼ਲਟ ਜਿਹੜੇ ਮੈਗਨੀਟਿਊਡ ਨੇ ਪਲੱਸ ਕਰ ਲਓ। ਜੇਕਰ ਤੇ ਦੋ ਵੈਕਟਰਸ ਬਿਲਕੁਲ ਪੈਰਲਲ ਨੇ, ਦੋ ਵੈਕਟਰ ਬਿਲਕੁਲ ਪੈਰਲਲ ਨੇ, ਉਹਨਾਂ ਦੇ ਜਿਹੜੇ ਮੈਗਨੀਟਿਊਡ ਸਿੱਧੇ ਹੀ ਪਲੱਸ ਕਰ ਲੈਣੇ ਨੇ, ਸਾਡਾ ਰਿਜ਼ਲਟੈਂਟ ਦਾ ਮੈਗਨੀਟਿਊਡ ਆ ਜਾਏਗਾ। ਹਾਂਜੀ ਕਲੀਅਰ, ਮੰਨ ਲਓ ਇਹਦਾ ਮੈਗਨੀਟਿਊਡ 4 ਹੈ, ਇਹਦਾ 3 ਹੈ, 4 plus 3 ਸਾਡੇ ਕੋਲ ਆਨਸਰ ਸਿੱਧਾ ਹੀ 7 ਆ ਜਾਏਗਾ। ਇਸ ਤਰ੍ਹਾਂ ਕਰਨ ਦੀ ਲੋੜ ਨਹੀਂ, ਇਹ ਜਨਰਲ ਫਾਰਮੂਲਾ ਹੈ। ਇਹ ਤਾਂ ਲਗਾਣਾ ਹੈ ਜੇਕਰ ਸਾਡੇ ਕੋਲ ਕੋਈ ਐਂਗਲ ਦਿੱਤਾ 30 ਡਿਗਰੀ 40 ਡਿਗਰੀ 60 ਡਿਗਰੀ, ਠੀਕ ਹੈ 90 ਡਿਗਰੀ, ਉਹਦੇ ਅਕੋਰਡਿੰਗ ਵੱਖਰਾ ਵੱਖਰਾ ਕੇਸ ਹੈ। ਜੇ ਦੋ ਵੈਕਟਰ ਪੈਰਲਲ ਨੇ, ਸਾਨੂੰ ਪਤਾ ਐਂਗਲ 0 ਹੈ ਤੇ ਇਹ ਸ਼ਾਰਟਕਟ ਮੈਥਡ ਹੈਗਾ। ਜੇ ਦੋ ਵੈਕਟਰ ਦੇ ਵਿੱਚ ਰਿਜ਼ਲਟੈਂਟ ਕਿੰਨਾ ਹੋਏਗਾ ਉਸ ਟਾਈਮ ਤੇ, ਫਿਰ ਤੁਸੀਂ ਬੋਲਣਾ ਹੈ a plus b and it is the maximum resultant। ਇਹ ਸਾਡਾ ਜਿਹੜਾ ਹੈ ਮੈਕਸਿਮਮ ਰਿਜ਼ਲਟੈਂਟ ਹੁੰਦਾ ਹੈ। ਇਸ ਤੋਂ ਵੱਧ ਜਿਹੜਾ ਰਿਜ਼ਲਟੈਂਟ ਸਾਡਾ ਨਹੀਂ ਆ ਸਕਦਾ of any two vectors। ਹਾਂਜੀ what is the maximum value of resultant? It is a plus b। ਕੇਸ ਨੰਬਰ ਸਾਡੇ ਕੋਲ ਜਿਹੜਾ ਹੈ ਸੈਕੰਡ, ਇਹਦੇ ਚ ਕੀ ਹੈ, if ਹਾਂਜੀ two vectors are ਹਾਂਜੀ ਕਿਹੜਾ ਹੈਗਾ ਐਂਟੀ ਪੈਰਲਲ। ਜੇਕਰ ਸਾਡੇ ਕੋਲ ਦੋ ਵੈਕਟਰਸ ਜਿਹੜੇ ਨੇ ਉਹ ਆਪਸ ਵਿੱਚ ਜਿਹੜੇ ਨੇ ਐਂਟੀ ਹਾਂਜੀ ਪੈਰਲਲ ਨੇ, if two vectors are anti parallel then ਮੈਂ ਕੀ ਸਮਝਾਇਆ ਸੀ ਉਸ ਟਾਈਮ ਤੇ ਥੀਟਾ ਕਿੰਨਾ ਆਏਗਾ 180 ਡਿਗਰੀ। ਇੱਕ ਵੈਕਟਰ ਇਧਰ ਨੂੰ ਆ, ਦੂਜਾ ਵੈਕਟਰ ਤੁਹਾਡਾ ਇਧਰ ਨੂੰ ਆ। ਸਪੋਜ਼ ਦਿਸ ਇਜ਼ b ਐਂਡ ਦਿਸ ਇਜ਼ a ਤੇ ਇਹਨਾਂ ਵਿੱਚ ਜਿਹੜਾ ਆ ਐਂਗਲ ਆਏਗਾ ਸਾਡੇ ਕੋਲ ਕਿੰਨਾ ਆਏਗਾ 180 ਡਿਗਰੀ। ਤੇ ਇੱਥੇ ਜਿੱਥੇ ਥੀਟਾ ਹੈਗਾ ਉੱਥੇ ਅਸੀਂ ਹੁਣ 180 ਡਿਗਰੀ ਜਿਹੜਾ ਹੈ ਇੱਥੇ ਪੁੱਟ ਕਰ ਦਾਂਗੇ। r equal to a square plus b square plus 2ab ਤੇ ਸਾਡੇ ਕੋਲ ਆ ਜਾਏਗਾ cos 180 ਡਿਗਰੀ and it is equal to a square plus b square plus 2ab minus 1। ਇਹਨੂੰ ਯਾਦ ਕਰ ਲਓ ਕਿ cos 180 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਹੈ -1। ਇਹ ਵੈਸੇ ਵੀ ਤੁਸੀਂ ਜਿਹੜਾ ਹੈ ਮੈਥਮੈਟੀਕਲ ਟੂਲਸ ਦੇ ਵਿੱਚ ਆਪਾਂ ਇਹਨੂੰ ਸਟੱਡੀ ਕੀਤਾ ਹੈ। ਇਹਦੀ ਜਗ੍ਹਾ ਤੇ ਸਾਡੇ ਕੋਲ ਜਿਹੜਾ ਹੈ -1, ਇਹ ਮਾਈਨਸ ਸਾਡਾ ਇੱਥੇ ਆ ਜਾਏਗਾ ਔਰ r will be equal to a square plus b square minus ਸਾਡੇ ਕੋਲ ਆ ਜਾਏਗਾ 2ab। ਤੇ ਇਹ ਇੱਕ ਸਾਡੇ ਕੋਲ ਦੇਖੋ ਧਿਆਨ ਨਾਲ, ਇਹ ਮਾਈਨਸ ਬੇਟਾ ਇੱਥੇ ਆ ਗਿਆ। ਇਹ ਸਾਡਾ ਇੱਕ ਫਾਰਮੂਲਾ ਬਣਦਾ ਹੈ। ਹਾਂਜੀ ਇਹ ਕੀ ਫਾਰਮੂਲਾ ਬਣਦਾ ਦੇਖੋ, r equal to a minus b ਦਾ ਹੋਲ ਸਕੁਅਰ, ਜਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ b minus a ਦਾ ਹੋਲ ਸਕੁਅਰ। ਦੋਨਾਂ ਦੀ ਜਿਹੜੀ ਹੈ ਵੈਲਿਊ ਸੇਮ ਹੀ ਆਏਗੀ। ਇਹ ਦੋਨਾਂ ਚ ਦੇਖੋ a minus b ਦਾ ਹੋਲ ਸਕੁਅਰ, a ਸਕੁਅਰ plus b ਸਕੁਅਰ minus 2ab, ਜਾਂ b ਸਕੁਅਰ plus a ਸਕੁਅਰ minus 2ab। ਸਕੁਅਰ ਨਾਲ ਅੰਡਰ ਰੂਟ ਜਿਹੜੇ ਕੈਨਸਲ ਹੋ ਗਏ ਤੇ ਸਾਡੇ ਕੋਲ ਰਿਜ਼ਲਟੈਂਟ ਕੀ ਆਏਗਾ, ਜਾਂ ਤੇ ਆਏਗਾ a minus b ਤੇ ਜਾਂ ਸਾਡੇ ਕੋਲ ਆਏਗਾ b minus a। ਦੋਨਾਂ ਨੂੰ ਅਸੀਂ ਮਾਈਨਸ ਕਰਨਾ ਪੈ ਗਿਆ ਸਾਡੇ ਕੋਲ। these are the resultant। ਮਾਈਨਸ ਕੀਤਾ, ਪਹਿਲੇ ਕੇਸ ਚ ਪਲੱਸ ਕੀਤਾ ਸੀ, ਹੁਣ ਅਸੀਂ ਮਾਈਨਸ ਕੀਤਾ। ਜੇ ਦੇ ਦੋ ਵੈਕਟਰ ਸੇਮ ਡਾਇਰੈਕਸ਼ਨ ਚ ਨੇ, if two vectors are in same direction, ਫਿਰ ਰਿਜ਼ਲਟੈਂਟ ਕੱਢਣ ਦਾ ਤਰੀਕਾ ਦੋਨਾਂ ਦੇ ਮੈਗਨੀਟਿਊਡ ਪਲੱਸ ਕਰ ਲਓ। ਤੇ ਜੇ ਦੋ ਵੈਕਟਰ ਐਂਟੀ ਪੈਰਲਲ ਨੇ, ਉਹਨਾਂ ਦਾ ਰਿਜ਼ਲਟੈਂਟ ਕੱਢਣ ਦਾ ਮੈਥਡ ਕੀ ਹੈ, ਤੁਸੀਂ ਕੀ ਕਰਨਾ ਹੈ a ਚੋਂ b ਮਾਈਨਸ ਕਰ ਲਓ ਜਾਂ b ਚੋਂ a ਮਾਈਨਸ ਕਰ ਲਓ। ਇਹ ਡਿਪੈਂਡ ਕਰਦਾ ਹੈ ਕਿਹੜਾ ਮੈਗਨੀਟਿਊਡ ਜਿਹੜਾ ਹੈ ਉਹ ਜ਼ਿਆਦਾ ਹੈ। ਜੇ a ਦਾ ਮੈਗਨੀਟਿਊਡ ਜ਼ਿਆਦਾ ਹੈ ਤੇ a ਚੋਂ b ਮਾਈਨਸ ਕਰ ਦਿਓ। ਜੇ b ਦਾ ਮੈਗਨੀਟਿਊਡ ਜ਼ਿਆਦਾ ਹੋਏਗਾ ਫਿਰ ਤੁਸੀਂ ਜਿਹੜਾ ਹੈ b ਦੇ ਵਿੱਚੋਂ a ਮਾਈਨਸ ਕਰ ਦੋਗੇ। ਐਂਡ ਇਟ ਇਜ਼ ਦਾ ਮਿਨੀਮਮ ਵੈਲਿਊ ਆਫ ਰਿਜ਼ਲਟੈਂਟ।
ਇਹ ਸਾਡਾ ਜਿਹੜਾ ਹੈ ਮਿਨੀਮਮ ਰਿਜ਼ਲਟੈਂਟ ਹੈਗਾ ਦੋ ਵੈਕਟਰਾਂ ਦੇ ਵਿੱਚ, ਮਿਨੀਮਮ ਵੈਲਿਊ ਆਫ ਰਿਜ਼ਲਟੈਂਟ। ਨਾਓ ਥਰਡ ਕੇਸ ਜਿਹੜਾ ਹੈ ਇਹਦੇ ਵਿੱਚ ਦੇਖੋ ਧਿਆਨ ਦੇ ਨਾਲ, ਸਾਡੇ ਕੋਲ ਕੇਸ ਨੰਬਰ 3, if two vectors are perpendicular, ਜੇ ਦੋ ਵੈਕਟਰ ਸਾਡੇ ਪਰਪੈਂਡੀਕੂਲਰ ਹੋਣਗੇ, ਹਾਂਜੀ ਪਲੀਜ਼ ਟੈਲ ਵਾਟ ਵਿਲ ਬੀ ਦਾ ਵੈਲਿਊ ਆਫ ਥੀਟਾ। ਸਾਡਾ ਥੀਟਾ ਕਿੰਨਾ ਆਏਗਾ 90 ਡਿਗਰੀ। ਇੱਥੇ ਅਸੀਂ 90 ਭਰ ਦਾਂਗੇ, ਸਾਡੇ ਕੋਲ ਰਿਜ਼ਲਟੈਂਟ ਕੱਢਣ ਦਾ ਫਾਰਮੂਲਾ ਆ ਜਾਏਗਾ a² plus b² plus 2ab cos 90 ਡਿਗਰੀ। ਤੇ cos 90 ਡਿਗਰੀ ਦੀ ਵੈਲਿਊ ਸਭ ਬੱਚੇ ਨੂੰ ਪਤਾ ਹੋਏਗੀ ਕਿ cos 90 ਡਿਗਰੀ ਜਿਹੜਾ ਹੈ ਸਾਡੇ ਕੋਲ ਕਿੰਨਾ ਹੁੰਦਾ ਹੈ 0। cos 90 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਹੈ, ਸਾਡੇ ਕੋਲ ਆ ਜਾਏਗੀ 0। ਤੇ ਆ 0 ਹੋਣ ਕਰਕੇ ਆ ਸਾਰਾ ਹੀ ਸਾਡਾ 0 ਹੋ ਜਾਏਗਾ ਮਲਟੀਪਲਾਈ, ਸਾਡੇ ਕੋਲ ਰਹਿ ਜਾਏਗਾ a² plus b² ਰਿਜ਼ਲਟੈਂਟ। ਇਹ ਸਾਡਾ ਫਾਰਮੂਲਾ ਦੇਖੋ ਆ ਜਾਏਗਾ। ਜੇਕਰ ਦੋ ਵੈਕਟਰਸ ਪਰਪੈਂਡੀਕੂਲਰ ਨੇ ਤਾਂ ਰਿਜ਼ਲਟੈਂਟ ਕੱਢਣ ਦਾ ਸ਼ਾਰਟਕਟ ਮੈਥਡ a² plus b², ਕਿਉਂਕਿ ਆ ਟਰਮ ਵਿੱਚੋਂ